ਨੀਲਮ ਹਸਪਤਾਲ ਰਾਜਪੁਰਾ ਵੱਲੋਂ 22 ਮਰੀਜ਼ਾਂ ਦੇ ਕਿਡਨੀਆਂ ਟ੍ਰਾਂਸਪਲਾਂਟ ਤੇ ਸਫਲ ਆਪਰੇਸ਼ਨ ਕਰਕੇ ਮਰੀਜ਼ਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਨੀਲਮ ਹਸਪਤਾਲ ਦੇ ਬੈਸਟ ਟ੍ਰਾਂਸਪਲਾਂਟ ਸਰਜਨ ਡਾਕਟਰ ਨਿਤਿਨ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਦੇ ਵੱਲੋਂ 22 ਮਰੀਜ਼ਾਂ ਦੀਆਂ ਕਿਡਨੀਆਂ ਟ੍ਰਾਂਸਪਲਾਂਟ ਕੀਤੀਆਂ ਗਈਆਂ ਨੇ। ਇਹ ਕਿਡਨੀਆਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਦਾਨ ਕੀਤੀਆਂ ਗਈਆਂ ਨੇ। ਉਹਨਾਂ ਦੱਸਿਆ ਕਿ ਟ੍ਰਾਂਸਪਲਾਂਟ ਦੇ ਵਿੱਚ 99% ਦਾ ਸਫਲਤਾਪੂਰਵਕ ਰੇਟ ਹੈ ਅਤੇ ਮਰੀਜ਼ ਦੇ ਇਨਫੈਕਸ਼ਨ ਕੰਟਰੋਲ ਕਰਨ ਦਾ ਪੂਰਾ ਪ੍ਰਬੰਧ ਹੈ। ਇਸ ਟ੍ਰਾਂਸਪਲਾਂਟ ਤੇ ਕਰੀਬ 4 ਲੱਖ ਦਾ ਖਰਚ ਆਉਂਦਾ ਹੈ। ਇਸ ਸਬੰਧ ਦੇ ਵਿੱਚ ਹਸਪਤਾਲ ਦੇ ਜਨਰਲ ਮੈਨੇਜਰ ਸੰਦੀਪ ਬਾਟਸ ਨੇ ਦੱਸਿਆ ਕਿ ਨੀਲਮ ਹਸਪਤਾਲ ਨੂੰ ਕੁਆਲਿਟੀ ਕਾਉਂਸਲ ਆਫ ਇੰਡੀਆ ਦੇ ਵੱਲੋਂ 골ਡ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਕਿਡਨੀ ਦਾਨ ਕਰਨ ਵਾਲੇ ਮਰੀਜ਼ ਦੇ ਪਰਿਵਾਰਕ ਮੈਂਬਰ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਤੇ ਫਿਰ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਸਾਰੇ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਕਿਡਨੀ ਟ੍ਰਾਂਸਪਲਾਂਟ ਦਾ ਕੰਮ ਪੂਰਾ ਚੜਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਡਨੀ ਦਾਨ ਕਰਨ ਵਾਲਾ ਵਿਅਕਤੀ 2 ਤੋਂ 3 ਦਿਨਾਂ ਦੇ ਅੰਦਰ ਆਪਣੇ ਕੰਮ ਤੇ ਜਾ ਸਕਦਾ ਹੈ, ਜਦਕਿ ਮਰੀਜ਼ ਨੂੰ 1 ਹਫ਼ਤੇ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ ਤੇ ਉਹ ਵੀ ਕੁਝ ਦਿਨਾਂ ਬਾਅਦ ਆਪਣਾ ਕੰਮ ਕਰ ਸਕਦਾ ਹੈ। ਦੇਖੋ, ਸਾਡੇ ਲਈ ਅੱਜ ਬੜੀ ਖੁਸ਼ੀ ਦਾ ਮੌਕਾ ਹੈ। ਸਾਡੀ ਇੱਕ ਇੱਛਾ ਸੀ ਕਿ ਅਸੀਂ ਕਿਡਨੀ ਫੇਲਿਅਰ ਵਾਲੇ ਮਰੀਜ਼ਾਂ ਨੂੰ ਇੱਕ ਜੀਵਨ ਦਾਨ ਦਈਏ ਘੱਟ ਖਰਚੇ ਵਿੱਚ ਮਰੀਜ਼ਾਂ ਦਾ ਕਿਡਨੀ ਟ੍ਰਾਂਸਪਲਾਂਟ ਕਰਕੇ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਸਾਲ 20 ਟ੍ਰਾਂਸਪਲਾंट ਤੋਂ ਉੱਪਰ ਕਰ ਲਏ हैं और ਅਸੀਂ ਇਹ ਜਿਹੜਾ ਆਪਣਾ ਕੰਮ ਹੈ ਲਗਾਤਾਰ ਇਸੇ ਤਰ੍ਹਾਂ ਕਰੀ ਜਾਵਾਂਗੇ। डॉक्टर साहब कितना का अप्रोक्सीमेटली खर्चा आ जाता है एक ट्रांसप्लांट में? तकरीबन 4 ਲੱਖ ਦੇ ਕਰੀਬ ਇੱਕ ਪੇਸ਼ੈਂਟ ਦਾ ਖਰਚਾ ਆ ਜਾਂਦਾ ਹੈ ਟ੍ਰਾਂਸਪਲਾਂਟ ਦੇ ਉੱਪਰ। ਬਾਕੀ ਹਰ ਮਰੀਜ਼ ਡਿਫਰੈਂਟ ਹੈ। ਕਿਸੇ ਮਰੀਜ਼ ਨੂੰ ਦਵਾਈਆਂ ਜ਼ਿਆਦਾ ਚਾਹੀਦੀਆਂ ਹੁੰਦੀਆਂ, ਕਿਸੇ ਨੂੰ ਇਮਿਊਨੋ ਸਪਰੈਸ਼ਨ ਜ਼ਿਆਦਾ ਚਾਹੀਦੀ ਹੁੰਦੀ ਹੈ ਤੇ ਉਹ ਅਗਰ ਕੁਝ ਐਸੀ ਲੋੜ ਹੁੰਦੀ ਹੈ ਤੇ ਉਹਦਾ ਖਰਚਾ ਇਸ ਤੋਂ ਉੱਪਰ ਆ ਜਾਂਦਾ ਹੈ। ਕਿਹੜੇ ਚੈਲੰਜ ਹੁੰਦੇ ਆ, ਕਿਹੜੇ ਚੈਲੰਜ ਜਿਹੜੇ ਲੈਣੇ ਪੈਂਦੇ ਆ? ਦੇਖੋ, ਸਭ ਤੋਂ ਬੜਾ ਚੈਲੰਜ ਤਾਂ ਹੈ ਕਿ ਪਹਿਲੇ ਇੱਕ ਮੈਚਿੰਗ ਔਰ ਇੱਕ ਹੈਲਦੀ ਡੋਨਰ ਹੋਣਾ ਚਾਹੀਦਾ ਹੈ। ਅਗਰ ਘਰ 'ਚ ਇੱਕ ਸਵਸਥ ਮੈਚਿੰਗ ਡੋਨਰ ਹੈ ਤਾਂ ਹੀ ਟ੍ਰਾਂਸਪਲਾਂਟ ਹੋ ਸਕਦਾ ਹੈ। ਦੂਜਾ, ਜਿਹਦਾ ਟ੍ਰਾਂਸਪਲਾਂਟ ਹੋਣਾ ਹੈ ਉਹਦੇ ਵਿੱਚ ਕੁਝ ਫਿਟਨੈਸ ਹੈ ਜਿਹੜੀ ਸਾਨੂੰ ਚਾਹੀਦੀ ਹੈ। ਮੇਨ 2 ਹੀ ਚੈਲੰਜਸ ਹੈਗੇ ਜਿਹੜੇ ਅੱਜ ਕੱਲ੍ਹ। ਡਾਕਟਰ ਜਿਹੜਾ ਬੰਦਾ ਕਿਡਨੀ ਦਿੰਦਾ ਉਹਨੂੰ ਕੋਈ ਇਫੈਕਟ ਨਹੀਂ ਪੈਂਦਾ? ਨਹੀਂ, ਜਿਹੜਾ ਕਿਡਨੀ ਦਿੰਦਾ ਅਸੀਂ ਉਹਦੇ ਪਹਿਲੇ ਸਾਰੇ ਟੈਸਟ ਕਰ ਲੈਂਦੇ ਹਾਂ। ਜੇ ਉਹਦੇ ਸਾਰੇ ਟੈਸਟ ਠੀਕ ਹੋਣ ਤਾਂ ਹੀ ਕਿਡਨੀ ਲੈਂਦੇ ਹਾਂ ਔਰ ਜਿਹੜੇ ਪੇਸ਼ੈਂਟਸ ਤੋਂ ਕਿਡਨੀ ਲੈਂਦੇ ਉਹਨਾਂ ਨੂੰ ਲਾਈਫ ਦੇ ਵਿੱਚ ਕਿਡਨੀ ਦੇਣ ਕਰਕੇ ਕੋਈ ਇਫੈਕਟ ਨਹੀਂ ਹੁੰਦਾ। ਡਾਕਟਰ ਸਾਹਿਬ, ਛੋਟੀ ਉਮਰ ਵਿੱਚ ਜਿਹੜੇ ਇਹਨਾਂ ਦੇ ਹੋ ਜਾਂਦੀਆਂ ਪ੍ਰੋਬਲਮ, ਇਹ ਕਿਵੇਂ ਮਤਲਬ ਹੋ ਜਾਂਦਾ ਕਿ ਚੱਕਰ ਕੀ ਹੈ, ਕਾਰਨ ਕੀ ਹੈ? ਦੇਖੋ ਜੀ, ਮੈਂ ਦੱਸਿਆ ਕਿ ਮੇਨ ਕਾਰਨ ਜਿਹੜਾ ਆਪਣੀ ਕਿਡਨੀ ਦੇ ਇੰਡੀਆ ਦੇ ਵਿੱਚ ਕਿਡਨੀ ਖਰਾਬ ਹੋਣ ਦੇ ਕਾਰਨ ਜਿਹੜੇ ਹੈਗੇ ਨੇ, ਛੋਟੀ ਉਮਰ ਦੇ ਵਿੱਚ ਬਲੱਡ ਪ੍ਰੈਸ਼ਰ ਹੈ, ਕਿਡਨੀ ਦੀ ਇਨਫੈਕਸ਼ਨਸ ਹੈ ਜਾਂ ਕਿਡਨੀ ਦੀਆਂ ਕਈ ਐਸੀ ਬਿਮਾਰੀਆਂ ਜਿਹਨੂੰ ਅਸੀਂ ਗਲੋਮੈਰੂਲੋਨੇਫਰਾਈਟਿਸ ਕਹਿੰਦੇ ਹਾਂ, ਉਹਦੇ ਕਰਕੇ ਕਿਡਨੀਆਂ ਖਰਾਬ ਹੁੰਦੀਆਂ। ਡਾਕਟਰ ਸਾਹਿਬ, ਜੇ ਕੋਈ ਵੱਡੀ ਉਮਰ ਦਾ ਹੈ ਮੰਨ ਪੇਸ਼ੈਂਟ 70 ਤੋਂ ਪਲੱਸ ਹੈ ਵੀ ਉਹਦਾ ਵੀ ਟ੍ਰਾਂਸਪਲਾਂਟ ਹੋ ਜਾਏਗਾ? ਦੇਖੋ, 60 ਸਾਲ ਤੱਕ ਜਿਹੜੇ ਇੱਕ ਪੇਸ਼ੈਂਟ ਦਾ ਤਾਂ ਟ੍ਰਾਂਸਪਲਾਂਟ ਹੋ ਹੀ ਸਕਦਾ ਹੈ। 60 ਸਾਲ ਤੋਂ ਉੱਪਰ ਮਰੀਜ਼ ਦੀ ਸਾਨੂੰ ਫਿਟਨੈਸ ਦੇਖਣੀ ਪੈਂਦੀ ਹੈ। ਅਗਰ ਫਿਟ ਹੈ ਤਾਂ 70 ਸਾਲ ਦੇ ਪੇਸ਼ੈਂਟ ਦਾ ਵੀ ਟ੍ਰਾਂਸਪਲਾਂਟ ਹੋ ਸਕਦਾ ਹੈ। ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਅੱਜ ਮਰੀਜ਼ ਦੁਆਵਾਂ ਦੇ ਰਹੇ ਨੇ ਹਸਪੀਟਲ ਦੇ ਵਿੱਚ ਉਹਨੂੰ ਦੂਜਾ ਜੀਵਨ ਮਿਲਿਆ? ਮੇਰੀ ਤਾਂ ਜਿਹੜੀ ਖੁਸ਼ੀ ਕੀ, ਮੇਰਾ ਤਾਂ ਹਾਰਟ ਹੀ ਲੋਕਾਂ ਦੀ ਦੁਆਵਾਂ ਦੇ ਨਾਲ ਹੀ ਚੱਲ ਰਿਹਾ ਹੈ ਨਾ। ਡਾਕਟਰ ਸਾਹਿਬ, ਜਿਵੇਂ ਕਿਡਨੀ ਦੇ ਸ਼ੂਗਰ ਦੇ ਮਰੀਜ਼ ਨੇ ਉਹ ਵੀ ਕਿਡਨੀ ਟ੍ਰਾਂਸਫਰ ਕਰ ਸਕਦੇ ਨੇ ਸਰ? ਬਿਲਕੁਲ, ਜਿਹੜੇ ਜਿਨ੍ਹਾਂ ਨੂੰ ਸ਼ੂਗਰ ਔਰ ਬੀਪੀ ਹੈ ਉਹਨਾਂ ਲਈ ਟ੍ਰਾਂਸਪਲਾਂਟ ਡਾਇਲਿਸਿਸ ਨਾਲੋਂ 100 ਗੁਣਾ ਬੈਟਰ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਸ਼ੂਗਰ ਵਗੈਰਾ ਹੈਗੀ ਹੈ, ਇਹ ਮੰਨ ਲਓ ਪੇਰੈਂਟ ਤੋਂ ਅੱਗੇ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ। ਕਿਸੇ ਦੇ ਫਾਦਰ ਨੂੰ ਮਦਰ ਨੂੰ ਕਿਡਨੀ ਦੀ ਪ੍ਰੋਬਲਮ ਹੋਵੇ, ਅੱਗੇ ਬੱਚਿਆਂ ਨੂੰ ਵੀ ਹੋ ਜਾਵੇ, ਕਿਸ ਤਰ੍ਹਾਂ ਦੀ ਪ੍ਰੋਬਲਮ ਵੀ ਹੈ? ਕਈ ਕਿਡਨੀ ਦੀ ਬਿਮਾਰੀਆਂ ਹੈਗੀਆਂ ਜਿਹੜੀ ਪਿਤਾ ਪੁਰਖੀ ਚੱਲਦੀਆਂ ਨੇ, ਸਾਰੀਆਂ ਨੇ, ਬਹੁਤ ਘੱਟ। ਇਹਦੇ ਲਈ ਆਪਾਂ ਨੂੰ ਕੀ ਕੋਈ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਕਿਸ ਨੂੰ ਨਾ ਆਵੇ? ਦੇਖੋ, ਸਭ ਤੋਂ ਇੰਪੋਰਟੈਂਟ ਤਾਂ ਹੈ ਕਿ ਆਪਣਾ ਜਿਹੜਾ ਲਾਈਫ ਸਟਾਈਲ ਹੈ ਔਰ ਖਾਣ ਪੀਣ ਹੈ, ਇਹ 2 ਚੀਜ਼ਾਂ ਬਹੁਤ ਜ਼ਰੂਰੀ ਹੈ ਠੀਕ ਰੱਖਣੀਆਂ। ਕਿ ਆਪਾਂ ਜਿਹੜਾ ਖਾਣੇ ਨੂੰ, ਜਿਹੜਾ ਬਾਹਰ ਦਾ ਖਾਣਾ ਨਾ ਖਾਈਏ, ਜ਼ਿਆਦਾ ਨਮਕ ਵਾਲਾ ਖਾਣਾ ਨਾ ਖਾਈਏ, ਆਪਣੇ weight ਨੂੰ, ਐਕਸਰਸਾਈਜ਼ ਰੂਟੀਨ ਨੂੰ ਫਿਟ ਰੱਖੀਏ। ਤੀਜਾ, ਅਗਰ ਕੋਈ ਵੀ ਬਿਮਾਰੀ ਹੈ ਉਹਨੂੰ ਟਾਈਮ ਤੇ ਕਿਸੇ ਕੁਆਲੀਫਾਈਡ ਡਾਕਟਰ ਨੂੰ ਦਿਖਾਈਏ। ਆਪਾਂ ਉਹ ਆਦਤ ਨਾ ਪਾਈਏ ਦੁਕਾਨ ਤੋਂ ਲਈ ਦਵਾਈ ਖਾ ਲਈ, ਕਿਸੇ ਤੋਂ ਲਈ ਦਵਾਈ ਖਾ ਲਈ, ਉਹ ਚੀਜ਼ਾਂ ਕਿਡਨੀ ਨੂੰ ਬਹੁਤ ਨੁਕਸਾਨ ਕਰਦੀਆਂ। ਸਰ, ਡਾਕੂਮੈਂਟੇਸ਼ਨ ਦੇ ਵਿੱਚ ਕੋਈ ਬਹੁਤੀ ਲੰਮੀ ਚੌੜੀ ਪ੍ਰੋਬਲਮ ਤਾਂ ਨਹੀਂ ਹੁੰਦੀ? ਨਹੀਂ, ਡਾਕੂਮੈਂਟੇਸ਼ਨ ਲਈ ਸਾਡੇ ਇੱਥੇ ਜਿਹੜੇ ਸਾਡੇ ਕੋਆਰਡੀਨੇਟਰ ਹੈ ਜਿਹੜੇ ਸਾਰੇ ਡਾਕੂਮੈਂਟੇਸ਼ਨ 'ਚ ਪੇਸ਼ੈਂਟ ਨੂੰ ਹੈਲਪ ਕਰਦੇ ਔਰ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਬਹੁਤ ਹੀ ਸਮੂਥ ਹੈ। ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੀ ਗਵਰਨਮੈਂਟ ਦਾ, ਜਿਨ੍ਹਾਂ ਨੇ ਬਹੁਤ ਹੀ ਅੱਛਾ ਪ੍ਰੋਸੈਸ ਬਣਾਇਆ ਜਿਹਦੇ ਕਰਕੇ ਕਿਸੇ ਨੂੰ ਡਾਕੂਮੈਂਟੇਸ਼ਨ 'ਚ ਕੋਈ ਦਿੱਕਤ ਨਹੀਂ। ਸਰ, ਜਿਹੜੇ ਪੇਨ ਕਿਲਰ ਗੋਲੀਆਂ ਨੇ ਉਹਦਾ ਵੀ ਅਸਰ ਪੈਂਦਾ ਕਿਡਨੀ ਤੇ? ਜੇ ਆਪਾਂ ਬਿਨਾਂ ਲੋੜ ਤੋਂ ਪੇਨ ਕਿਲਰ ਖਾਵਾਂਗੇ ਔਰ ਜ਼ਿਆਦਾ ਸਮੇਂ ਤੱਕ ਖਾਵਾਂਗੇ ਤਾਂ ਜ਼ਰੂਰ ਕਿਡਨੀਆਂ ਨੂੰ ਖਰਾਬ ਕਰਦੀ ਹੈ। ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਆਯੁਸ਼ਮਾਨ ਕਾਰਡ ਨੂੰ ਲੈ ਕੇ? ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਜਲਦੀ ਤੋਂ ਜਲਦੀ ਜਿਹੜੀ ਆਯੁਸ਼ਮਾਨ ਸਕੀਮ ਨੂੰ ਚਾਲੂ ਕਰਨ ਵਾਸਤੇ ਕਦਮ ਲੈਣ ਤਾਂ ਕਿ ਜਿਹੜੇ ਕਈ ਸਾਰੇ ਗਰੀਬ ਲੋਕ ਨੇ ਜਿਹੜੇ ਆयुष्मान ਤੇ अपना कार्ड ਤੇ इलाज करा पा रहे ਸੀਗੇ ਉਹ नहीं करा पा रहे उन्हों का कुछ सोचा। बहुत धन्यवाद करना चाहती हूँ। इतने सालों से हम बहुत परेशान थे, ना हम बच्चों पे ध्यान दे पा रहे थे, ना कुछ और कर पा रहे थे। अब बिल्कुल आराम है, अपने काम कर रहे हैं, कमा रहे हैं
और बच्चों के भी ऊपर भी ध्यान दे पा रहे हैं और हेल्थ ठीक है तो सब खुश हैं। और बहुत बहुत धन्यवाद नीलम हॉस्पिटल का, जो इन्होंने हमें इतना अच्छे से गाइड किया और अब बिल्कुल स्वस्थ है। जब आपको पता लगा था कि आपके मरीज को ये दिक्कत आनी शुरू हुई है, हाँ जी, तो उस टाइम से लेकर आज तक कैसी परेशानियों का सामना करना पड़ा आपको? बहुत ज़्यादा परेशानी, ना दिन का पता होता था ना रात का, कि कब क्या तबीयत ख़राब हो जाएगी कोई पता नहीं होता था। डायलिसिस को जाते थे हम तो वहाँ से भी हमारे को इमरजेंसी में जाना पड़ता था, कभी कोई दिक्कत कभी कोई, बहुत ज़्यादा कॉम्प्लिकेशंस आई इनके साथ। कई बार हमारे को इमरजेंसी में IGMC ले जाना पड़ा इनको, मतलब ऐसा था कई बार कि होप ही ख़त्म हो गई थी, पर भगवान की दया से अब ठीक है। नीलम हॉस्पिटल के बारे में आपको किसने बताया भी यहाँ पे इलाज जो है हाँ बढ़िया होगा? आपका जी, ये हमारे फैमिली डॉक्टर हैं वहाँ पे, शर्मा है, ST शर्मा जी, SR शर्मा जी, उन्होंने बताया था हमारे को और उन्होंने गाइड किया था कि आप वहाँ जाओ, बेस्ट फैसिलिटीज़ है, हर चीज़, कोई कॉम्प्लिकेशन नहीं होगी, आप जाओ वहाँ पे। जब हम यहाँ पहुँचे उन्होंने पूरी हेल्प करी, बाहर गेट से ही हमारा सारा कुछ किया इन्होंने, मतलब कोई दिक्कत नहीं आई। उसके बाद डायलिसिस बहुत अच्छा हुआ यहाँ पे। आगे हम उसके बाद पीजीआई चले गए थे कि चलो स्वैप मिल जाएगा, ट्रांसप्लांट होगा, तो फिर पर वहाँ बात नहीं बनी, तो हम यहीं पे आ गए कि नहीं, इन्होंने कहा कि मैंने सर से ही करवाना है ट्रांसप्लांट, तो हम सर के पास आए। उसके बाद सब कुछ बहुत अच्छा हो गया। सर के हाथों में जादू है, आज भी इस बीमारी चल रहा है। इस बीमारी का जब पता लगता है परिवार के अंदर बहुत एक टेंशन का हाँ माहौल जी, हाँ जी, जो है क्रिएट हो जाता है। हाँ जी। अब कैसा माहौल है घर में? अब सब खुश हैं, बस दवाइयाँ खानी है, अपने घर पे हैं, बच्चे खुश हैं, अपने पापा के साथ खेलते हैं। पहले उनको टेंशन होती थी, बच्चे भी परेशान, बल्कि छोटे हैं मेरे बच्चे, पर उनको बड़ी टेंशन थी कि पापा बीमार हैं, पापा बीमार हैं, पर अब सब खुश हैं। हाँ जी, बस दवाइयाँ खानी है, सब ठीक है। ठीक है। हाँ जी। मेरा नाम मनोज, गांव कोयल, तहसील नरवाना, जिला जींद, हरियाणा से। आपको कैसे पता लगा कि नीलम हॉस्पिटल में जाना चाहिए, यहाँ पे इलाज जो है बहुत बढ़िया होता है? पहले मेरा इलाज अमर हॉस्पिटल पटियाला में हो रहा था। ठीक है। वहाँ पर लाइसेंस नहीं मिला उनको ट्रांसप्लांट करने के लिए। फिर सुमित डांग ने बताया कि राजपुरा जाओ नीलम हॉस्पिटल में, डॉक्टर नितिन गुप्ता ट्रांसप्लांट करेंगे। तभी सर के पास आए, फिर डॉक्यूमेंट वेरिफिकेशन हुई और उसके बाद 22 सितंबर 2022 को अब कैसा ट्रांसप्लांट। फील हो रहा है शरीर के अंदर? बहुत सही है। अगर कोई पेशेंट आपको मिले, आप यहाँ भेजना पसंद करेंगे या कहीं और पे भेजना पसंद यहाँ भेजना पसंद है। यहाँ भेजना करेंगे? हाँ। क्या क्या फैसिलिटी मिली आपको यहाँ पे? सब कुछ फैसिलिटी मिली, कोई परेशानी तो नहीं हुई? ना कोई प्रश्न, कोई पैसे की ना, या कोई केयर की, कोई और चीज? बहुत अच्छी केयर हुई है। पसंद करे जी। ये भाषा कैसे बहुत अच्छे हैं कैसे जी, लग रहा है बेटा आपका ठीक हो गया? बहुत अच्छे हैं जी। मुझे इस हॉस्पिटल का कोई हॉस्पिटल नहीं मिला जी कहीं भी। जब आपको पता लगा था इनकी बीमारी के बारे में शुरू में, तो जी मेरे टेंशन होती है जी, मेरे को बताया नहीं भाई इसका ट्रांसप्लांट होगा, तो इसकी डायलिसिस करानी शुरू कर दी। हमने 8-9 महीने इसकी डायलिसिस कराई है अमर हॉस्पिटल में। फिर मैं चंडीगढ़ PGI भी गई जी, डेरा बसी भी गई, हाँ जी, गुड़गांव भी गई। डायलिसिस में दिक्कत आती थी? दिक्कत या बहुत ये ज्यादा ऑपरेशन जी। कराने में ठीक रहा आपको? ऑपरेशन बहुत ठीक रहा जी। मैं तो कहूँ जो उसे दिन मेरा पड़ता, मैं पहले वो ट्रांसप्लांट कराती जी। मुझे डायलिसिस अच्छी नहीं लगी जी। मैं तो बिन नाम जी ने मेरा 3 लाख रुपये ला कर 2 लाख रुपये लागे कर दे। हाँ सर, ऐसा है, ये मेरी बेटी है और पिछले लगभग 2 साल से इसको ये प्रॉब्लम थी किडनी की, जो फाइंड आउट हुई। यहाँ आने से पहले भी मैं और मेरी वाइफ और हम तीनों ही परेशान थे। दिल्ली में मैक्स में भी गए, वहाँ पर भी 3-4 लाख रुपया खर्चा लगाया। उसके बाद कुछ प्रॉब्लम आ गई, ड्यूरेशन गैप पड़ गया, नहीं करवा पाए वहाँ पर। और दूसरी दिक्कत ये थी भी 2 महीने 3 महीने पहले जुलाई में हमने इसकी डायलिसिस शुरू करवाई, लेकिन उसके बाद इसकी कॉम्प्लिकेशंस बढ़ गई, जैसे सर ने बताया। तो एक तो वो प्रॉब्लम आ रही थी, बार बार मतलब फेफड़ों में पानी भर जाना, ये प्रॉब्लम आ रही थी, सांस लेने में दिक्कत। और सर आप ये मान के चलो, जुलाई में हमने इसकी डायलिसिस शुरू कराई और जुलाई ऑनवर्ड सितंबर तक ये 3 बार हॉस्पिटलाइज हुई और 2 बार वेंटिलेटर पे गई है, और वेंटिलेटर से ये वापस आई है, दीप हॉस्पिटल लुधियाना में रही है। और उस 2 महीने में हमने तकरीबन सर 4 लाख के करीब हमारा खर्चा भी आया। और परेशानी अलग, पैसा आदमी भूल जाता है, लेकिन बच्चे की तकलीफ देख के, ठीक है। और एक तो ये था, दूसरा ये था भी किडनी मैच नहीं थी, इसका जो ब्लड ग्रुप और था, और डोनर मैचिंग हमारे घर में कोई नहीं था। मैं था, लेकिन डायबिटिक होने की वजह से सर ने मना कर दिया, नहीं। तो जब मैं सर के पास आया तो सर ने पहली बार, मैंने कहा सर हमारी किडनी मैच नहीं है, मतलब नॉन मैचिंग है, तो आप करेंगे? तो सर ने कहा सर आप बेफिक्र हो जाइए। इन्होंने हमें कॉन्फिडेंस दिया और मेरे ख्याल सर हमने 10 दिन में हमने सारा कुछ ओके करवा के इन्वेस्टिगेशंस करवाई, लीगल की भी जैसे बात की इन्होंने भी। सर मैंने 2 दिन में लीगल करवा दी थी, सर को पता है। पुलिस इंक्वायरी खर्चा सर मेरा इंश्योरेंस कवर हुआ है,
तो वो ऑलमोस्ट 4.75 का जो था वो बेटी का वो इंश्योरेंस कंपनी ने क्लेम किया है, और 50 to 70,000 जो था वो डोनर का था। क्या कहना चाहेंगे जो इस बीमारी से जूझ रहे हैं, नीलम हॉस्पिटल के बारे में क्या जी कहना चाहेंगे आप? सर, मैं तो ये कहूँगा अभी डायलिसिस पे जाने की बजाय, डायलिसिस आपका तो सब्सिट्यूट है, अभी अगर आपके पास डोनर नहीं है, कुछ नहीं हो रहा है, वो तो तब है। अगर आपके पास डोनर अवेलेबल है, कैसा भी है, मैचिंग नहीं भी है तो भी कोई बात नहीं है, सर ने बताया अभी उसका सोल्यूशन है, तो सोल्यूशन है तो फिर हमें वो ट्रांसप्लांट की तरफ जाना चाहिए। क्वालिटी लाइफ भी मिल जाएगी। बेटी का 8 तारीख को सर्जरी हुई है सर, आज देख लीजिए 20-22 दिन ही हुए, और आपके सामने बिल्कुल फिट खड़ी है, सब कुछ घर पे खा पी रही है और कोई दिक्कत नहीं है। और मदर इसकी जॉब पे है, वो अभी भी जॉब पे गए हैं, छुट्टी नहीं मिल पाई तो नहीं आ पाए, लेकिन बढ़िया है, सब कुछ खा पी रही है और कोई दिक्कत नहीं किसी ट्रांसप्लांट के बाद भी कोई चैलेंजेस फेस किए हैं आपने कुछ मतलब? नहीं सर, कोई चैलेंज नहीं है। अब तो बल्कि आराम हो गया, आसान हो गया है भी, हमारी टेंशन फ्री हो गए हैं, हम अपनी वर्किंग पे भी लौट आए हैं, और जो इसके लिए पूरी फैमिली परेशान थी वो अब सारे कंफर्ट जोन में आ चुके हैं, अब किसी प्रकार की कोई दिक्कत नहीं है। दोनों किडनी खराब थी एक? सर दोनों ही श्रिंक कर गई। आप क्या कहना चाहेंगे बेटा? मैं बहुत खुश हूँ। क्या कहना चाहेंगे डॉक्टर साहब के बारे में, हॉस्पिटल के बारे में? Thank आप you. पहले भी हॉस्पिटल में रह के आए हैं ना? आई हूँ, पर मैं बहुत थैंकफुल हूँ कि मेरी लाइफ काफ़ी बेटर हो गई, बेटर नहीं, बहुत ही पढ़ाई बेटर। शुरू कर दी आपने? हाँ जी। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ।